नानक सिमरत एक। सिमरो सिमरो सिमर सुख पावो, काल कलेश तन माहे मिटावो। बाणी गुरु गुरु है बाणी, बिच बाणी अमृत सारे। गुरबाणी कहे सेवक जन मानै, परतख गुरु निस्तारे। आवो सिख सतगुरु के प्यारियो, गावो सच्ची बाणी। बाणी तां गावो गुरु केरी, बाणियां सिर बाणी। बाणियां सिर बाणी। वाहिगुरु। राग सुही महला पंजवा, घर छेवा। एक ओंकार सतगुर प्रसाद। सतगुर पास बेनंतिया, मिलै नाम आधारा। तुठा सच्चा पातशाहो, ताप गया संसारा। सतगुर पास बेनंतिया, मिलै नाम आधारा। तुठा सच्चा पातशाहो, ताप गया संसारा। भगता की टेक तू, संता की ओट तू, सच्चा सिरजनहारा। रहाओ साच तेरी सामगरी, सच तेरा पादरबारा। सच तेरे खाजीनिया, सच तेरा पासारा। तेरा रूप अगम है, अनूप तेरा दरसारा। हऊँ कुर्बानी तेरिया सेवका, जिन हर नाम प्यारा। सबे इच्छा पूरिया, पाया अगम अपारा। गुरु नानक मिलिया पार ब्रह्म, तेरिया चरना को बलिहारा। सबे इच्छा पूरिया, पाया अगम अपारा। गुरु नानक मिलिया पार ब्रह्म, तेरिया चरना को बलिहारा। वाहिगुरु वाहिगुरु वाहिगुरु। धन वाहिगुरु वाहिगुरु वाहिगुरु। धन वाहिगुरु वाहिगुरु। वाहिगुरु जी परम
ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ। ਖਾਲਸਾ ਸਾਧ ਸੰਗਤ ਜੀ, ਆਪ ਸਭ ਸੰਗਤ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਆਪ ਜੀ ਅੰਮ੍ਰਿਤਮਈ ਬਾਣੀ ਪੜ੍ਹ ਸੁਣ ਕੇ, ਸੇਵਾ ਅਤੇ ਸਿਮਰਨ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਜੋਗ, ਚਾਵਰ ਛਾਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਗਿਆਨ ਗੁਰੂ। ਸਰਬ ਲੋਕਾਈ ਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਬੇਅੰਤ ਕਿਰਪਾ ਹੋਈ। ਆਓ ਸਤਿਗੁਰਾਂ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਲਾਹਾ ਲਈਏ। ਸਮੂਹ ਸੰਗਤ ਪ੍ਰੇਮ ਭਾਵ ਸਤਿਕਾਰ ਦੇ ਨਾਲ ਆਪਣੀ ਰਸਨਾ ਪਵਿੱਤਰ ਕਰੋ। ਆਪਾਂ ਗੁਰਮਤਿ ਵਿਚਾਰਾਂ ਨੂੰ ਆਰੰਭ ਕਰੀਏ। ਸੰਗਤ ਜੀ ਦੋਨੋਂ ਹੱਥ ਜੋੜ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਫਤਿਹ ਗਜਾਉਣੀ ਬਹੁਤ ਵੱਡੀ ਗੁਰੂ ਕੀ ਬਖਸ਼ਿਸ਼ ਹੈ। ਇਹ ਫਤਿਹ ਗਜਾਉਣ ਲੱਗਿਆਂ ਉਂਗਲਾਂ ਦੇ ਨਾਲ ਉਂਗਲਾਂ ਜੁੜਨਾ, ਪਰੋਪਰ ਅੰਗੂਠੇ ਨਾਲ ਅੰਗੂਠਾ, ਧਿਆਨ ਸਦਾ ਅੰਗ ਸੰਗੇ ਵਿਭੰਗੰ ਵਿਭੂਤੇ ਵਾਲਾ ਗੁਰੂ ਅੰਗ ਸੰਗ ਹੈ। ਤੇ ਫਿਰ ਇਹ ਰਸਨਾ ਤੋਂ ਆਵਾਜ਼ ਆਵੇ ਤਾਂ ਗੁਰ ਫਤਿਹ ਪ੍ਰਵਾਨ ਹੁੰਦੀ ਹੈ। ਗੁਰੂ ਸਾਹਿਬ ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ ਇਹ ਜੀਵਨ ਦੇ ਵਿੱਚੋਂ ਇਹ ਸਾਡੀ ਫਤਿਹ ਨੂੰ ਪ੍ਰਵਾਨ ਕਰ ਲੈਣਗੇ। ਤੇ ਸੰਗਤ ਜੀ ਆਓ ਆਪਾਂ ਗੁਰ ਬਾਣੀ ਵਿਚਾਰ ਆਰੰਭ ਕਰੀਏ। ਦੂਰ ਨੇੜ ਬੈਠੇ ਸਮੂਹ ਸੰਗਤ, ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਅੱਜ ਆਪਣੇ ਗੁਰਦੁਆਰਾ ਦਸ਼ਮੇਸ਼ ਮਾਰਗ ਸਾਹਿਬ ਵਿਖੇ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਹਨ। ਸੋ ਸੰਗਤਾਂ ਦੇਗਾਂ ਵਾਸਤੇ ਰਸਤ ਵਸਤ, ਲੰਗਰ ਵਾਸਤੇ ਰਸਤਾਂ ਵਸਤਾਂ, ਦੁੱਧ ਅੱਜ ਗੁਰੂ ਘਰ ਸਮੇਂ ਸਿਰ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਅਤੇ ਆਪ ਸਮੇਂ ਸਿਰ ਪਹੁੰਚਿਓ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਤਿਆਰੀਆਂ ਕਰ ਸਕੀਏ, ਲੰਗਰ ਦੀਆਂ ਜਾਂ ਹੋਰ ਸੇਵਾਵਾਂ ਨੇ ਉਹਨਾਂ ਨੂੰ ਕਰ ਸਕੀਏ। ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਪੰਜਵਾ, ਘਰ ਛੇਵਾ। ਪਾਵਨ ਅੰਗ 746। ਰਾਗ ਸੂਹੀ। ਸੂਹੀ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸੁਰ ਤਾਲ ਦੇ 6ਵੇਂ ਘਰ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ, ਫਿਰ ਮੰਗਲ ਆਉਂਦਾ ਹੈ। ਮੰਗਲਾਚਰਨ ਕਹਿੰਦੇ ਆ ਜਿਹਨੂੰ। ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਆ, ਦੱਸਦੇ ਆ, ਭਾਈ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ ਸੀ, ਉਹ ਇੱਕ ਹੀ ਸਦਾ ਰਹੇਗਾ। ਸਤਿਗੁਰ ਸੱਚੇ ਗੁਰੂ ਦੀ ਸੰਗਤ ਕਰਿਓ, ਪ੍ਰਸਾਦ ਉਸ ਪਰਮਾਤਮਾ ਦੀ ਕਿਰਪਾ। ਇਹ ਕਿਰਪਾ ਜਿਸ ਦਿਨ ਹੋ ਗਈ ਉਸ ਦਿਨ ਸੰਗਤ ਜੀ ਇਹ ਸਮਝ ਲਓ ਸਾਡਾ ਜੀਵਨ ਸਫਲ ਹੋ ਗਿਆ। ਜੀਵਨ ਦੀ ਤੜਫ ਮਿਟ ਜਾਏਗੀ। ਬੜਾ ਮਨੁੱਖ ਤੜਫਿਆ ਕਲਪਿਆ ਹੈ। ਇਹ ਕਲਪ ਤੜਫ ਮਿਟ ਜਾਏ ਤੇ ਸੰਗਤ ਜੀ ਸਮਝੋ ਜੀਵਨ ਦੇ ਵਿੱਚ
ਕੋਈ ਤਬਦੀਲੀ ਆ ਰਹੀ ਹੈ, ਕੁਝ ਫਰਕ ਹੋ ਰਿਹਾ। ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਆਧਾਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਆਧਾਰ ਸ਼ਬਦ ਬਹੁਤ ਗਹਿਰਾ। ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਚੌਥੀ ਪੌੜੀ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ। ਇਹ ਨਾਮ ਦਾ ਆਧਾਰ ਭਾਵ ਰਜ ਖੁਰਾਕ ਬਣ ਜਾਏ। ਨਾਮ ਤੋਂ ਬਿਨਾ ਗੁਰਸਿੱਖ ਨੂੰ ਜਿਉਣਾ ਔਖਾ ਲੱਗਦਾ। ਸੇਵਾ ਤੋਂ ਬਿਨਾ ਵੀ ਗੁਰਸਿੱਖ ਨੂੰ ਜਿਉਣਾ ਔਖਾ ਲੱਗਦਾ। ਇੰਝ ਲੱਗਦਾ ਜਿਵੇਂ ਅੱਜ ਕੋਈ ਖਾਸ ਕੰਮ ਭੁੱਲ ਗਏ ਹੋਈਏ। ਸੇਵਾ ਤੇ ਸਿਮਰਨ ਤੋਂ ਬਿਨਾ ਖਾਸ ਹੋਰ ਹੋ ਵੀ ਕੀ ਸਕਦਾ ਹੈ, ਇਹ ਵੀ ਧਿਆਨ ਦਿਓ। ਜੀਵਨ ਦੇ ਵਿੱਚ ਸਭ ਕੁਝ ਹੋ ਜਾਂਦਾ ਹੈ ਜੇ ਉਸ ਗੁਰੂ ਪਰਮਾਤਮਾ ਦੀ ਮਿਹਰ ਹੋਵੇ, ਰਹਿਮਤ ਹੋਵੇ। ਮੇਰੀ ਮੇਰੀ ਮਿਟ ਜਾਏ, ਤਾਪ ਪ੍ਰਭ ਕਾਜ ਸਵਾਰੈ ਆਏ। ਜਦੋਂ ਮੇਰੀ ਮੇਰੀ ਮਿਟਦੀ ਹੈ, ਫਿਰ ਉਹ ਪਰਮ ਪਿਤਾ ਪਰਮਾਤਮਾ ਕਾਜ ਸਵਾਰਦਾ ਹੈ, ਰਹਿਮਤਾਂ ਕਰਦਾ ਹੈ। ਤੇ ਰਹਿਮਤਾਂ ਵਾਸਤੇ ਆਪਣੇ ਜੀਵਨ ਦੀਆਂ ਲੋੜਾਂ ਨੂੰ ਥੋੜ੍ਹਾ ਘਟਾਉਣਾ ਜਾਂ ਸੀਮਤ ਰੱਖਣਾ। ਸੀਮਤ ਰੱਖਣਾ ਆਪਣੀ ਕਿਰਤ ਕਮਾਈ ਦੇ ਨਾਲ। ਜੋ ਮਰਜ਼ੀ ਬਣਾਓ, ਦੂਸਰੇ ਦਾ ਹੱਕ ਨਾ ਮਾਰਨਾ। ਤਾਂ ਸੰਗਤ ਜੀ, ਫਿਰ ਗੁਰੂ ਦੇ ਪਾਸ ਕੀਤੀਆਂ ਬੇਨੰਤੀਆਂ ਵੀ ਪ੍ਰਵਾਨ ਹੋ ਜਾਂਦੀਆਂ ਨੇ। ਤੇ ਗੁਰੂ ਜਦੋਂ ਬੇਨਤੀਆਂ ਪ੍ਰਵਾਨ ਕਰ ਲੈਂਦਾ, ਉਦੋਂ ਨਾਮ ਦਾ ਆਧਾਰ ਬਖਸ਼ਿਸ਼ ਆਪਣੇ ਸੇਵਕ, ਆਪਣੇ ਪਿਆਰੇ, ਆਪਣੇ ਬੱਚੇ, ਆਪਣੇ ਗੋਲੇ ਦੀ ਝੋਲੀ ਵਿੱਚ ਪਾ ਦਿੰਦਾ ਹੈ। ਗੁਰੂ ਸਾਹਿਬ ਸਮਝਾਉਂਦੇ ਨੇ, ਮੈਂ ਤਾਂ ਗੁਰੂ ਦੇ ਪਾਸ ਸਦਾ ਅਰਜ਼ੋਈ ਅਰਜ਼ ਬੇਨਤੀ ਕਰਦਾ ਹਾਂ। ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਇਹੋ ਹੀ ਮੇਰੇ ਵਾਸਤੇ ਜ਼ਿੰਦਗੀ ਦਾ ਸਹਾਰਾ ਹੈ। ਇਹੋ ਹੀ ਜ਼ਿੰਦਗੀ ਦਾ ਸਹਾਰਾ, ਨਾਮ ਮਿਲ ਜਾਏ ਪਰਮਾਤਮਾ ਦਾ, ਰਹਿਮਤ ਬਖਸ਼ਿਸ਼ ਮਿਲ ਜਾਏ ਉਸ ਦਾਤੇ ਦੀ। ਤੇ ਜਦੋਂ ਨਾਮ ਆਧਾਰਾ ਮਿਲ ਜਾਏ, ਫਿਰ ਤੁਠਾ ਸੱਚਾ ਪਾਤਸ਼ਾਹੋ, ਤਾਪ ਗਿਆ ਸੰਸਾਰਾ। ਤਾਪ ਤੋਂ ਭਾਵ ਹੈ ਸੰਸਾਰ ਵਾਲਾ ਤਾਪ। ਸੰਸਾਰ ਵਾਲਾ ਤਾਪ ਕੀ ਹੈ? ਮੈਂ। ਸੰਸਾਰ ਵਾਲਾ ਤਾਪ ਕੀ ਹੈ? ਮੇਰੀ ਇੱਜ਼ਤ, ਮੇਰਾ ਮਾਣ, ਮੇਰਾ ਸਤਿਕਾਰ। ਸੰਸਾਰਿਕ ਤਾਪ ਕੀ ਹੈ? ਮੇਰੀ ਹਉਮੈ। ਮੈਂ ਜੋ ਕਰ ਸਕਦਾ ਕੋਈ ਦੂਸਰਾ ਨਹੀਂ ਕਰ ਸਕਦਾ। ਇਸ ਤਰ੍ਹਾਂ ਦਾ ਤਾਪ ਤੋਂ ਇਹ ਵੀ ਭਾਵ ਹੈ ਵੀ ਜੇ ਅੱਜ ਤਾਪ ਚੜ੍ਹਿਆ ਤੇ ਕੁਝ ਸਮਾਂ ਪਾ ਕੇ ਉਤਰ ਵੀ ਜਾਂਦਾ ਹੈ। ਇਹ ਵੀ ਸਮਝਣਾ। ਅੱਜ ਹਉਮੈ ਹੰਕਾਰ ਮੇਰੀ ਮੇਰੀ ਦਾ ਤਾਪ ਹੈ, ਕਦੋਂ ਉਤਰ ਜਾਏ ਕੋਈ ਪਤਾ ਨਹੀਂ। ਕਿਉਂ? ਇਹ ਦਾਤਾ ਖਿਨਮੈ ਕੀ ਖਿਨਮੈ ਅਵਰ ਖਿਨੈ ਮੈਂ ਅਵਰਾ। ਇੱਕ ਖਿਨ ਦੇ ਵਿੱਚ ਇਹ ਕੀੜੀ ਤੇ ਖਿਨ ਦੇ ਵਿੱਚ ਪਹਾੜ ਪਰਬਤ ਹਾਥੀ। ਇਹ ਖਿਨ ਦੇ ਵਿੱਚ ਇੱਕ ਡਲੀ ਤੇ ਪਹਾੜ, ਇਹ ਖਿਨ ਦੇ ਵਿੱਚ ਹਾਥੀ ਤੇ ਕੀੜੀ, ਇਹ ਖਿਨ ਦੇ ਵਿੱਚ ਗਰੀਬ ਤੇ ਅਮੀਰ। ਕਿੰਨੀ ਦੌਲਤ ਬਖਸ਼ ਦੇਵੇ, ਕਿਹਨੂੰ ਕਦੋਂ ਬਖਸ਼ ਦੇਵੇ, ਇਹ ਤੇ ਉਹ ਹੀ ਜਾਣਦਾ ਹੈ। ਸੰਗਤ ਜੀ, ਇੱਕ ਗੁਰੂ ਕਾ ਸਿੱਖ ਗੁਰੂ ਦੇ ਦਰ ਤੇ ਅਰਦਾਸ ਕਰੇ ਤੇ ਮੰਗੇ। ਮੰਗਣਾ ਵੀ ਚਾਹੀਦਾ, ਕੋਈ ਬੁਰੀ ਗੱਲ ਨਹੀਂ।
ਪਰ ਮੰਗੇ ਕੀ ਤੋਂ? ਆਪਣੇ ਗੁਰੂ ਤੋਂ। ਕਿਉਂ? ਗੁਰੂ ਸਾਡਾ ਪਿਤਾ ਹੈ, ਗੁਰੂ ਹੀ ਸਾਡਾ ਸੰਬੰਧੀ ਹੈ। ਤੇ ਜੇ ਆਪਾਂ ਸਕੇ ਸੰਬੰਧੀਆਂ ਤੋਂ ਕੁਝ ਮੰਗਦੇ ਹਾਂ, ਜੇ ਅਸੀਂ ਆਪਣੇ ਵੱਡਿਆਂ ਤੋਂ, ਭੈਣ ਭਾਈਆਂ ਤੋਂ ਕੁਝ ਮੰਗਦੇ ਹਾਂ, ਆਪਣੇ ਪਿਤਾ ਭਰਾਵਾਂ ਤੋਂ ਕੁਝ ਮੰਗਦੇ ਹਾਂ, ਤੇ ਇਸੇ ਤਰ੍ਹਾਂ ਸਾਰੇ ਸੰਬੰਧ ਗੁਰੂ ਨਾਲ ਜੋੜ ਕੇ ਜੋ ਚਾਹੀਦਾ ਉਹ ਮੰਗਤਾ ਬਣ ਆਪਣੇ ਗੁਰੂ ਦੇ ਘਰ ਦਾ। ਗਲ ਵਿੱਚ ਪੱਲਾ ਪਾ ਕੇ ਦੋਨੋਂ ਵਕਤ ਉਸ ਦੀ ਯਾਦ ਵਿੱਚ ਜੁੜਿਆ ਕਰ। ਤੇ ਜੋ ਚਾਹੀਦਾ ਉਹ ਮੰਗਿਆ ਕਰ। ਇਹ ਦਾਤੇ ਦਾ ਘਰ ਖਜ਼ਾਨਾ ਰਹਿਮਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਭਰਿਆ ਪਿਆ, ਪਰ ਉਹ ਖਜ਼ਾਨਾ ਲੁੱਟਣ ਵਾਲੇ ਲੁੱਟਦੇ ਨੇ। ਇਹ ਖਜ਼ਾਨੇ ਨੂੰ ਲੁੱਟਣ ਵਾਲੇ ਲੁੱਟਦੇ ਨੇ, ਜਿਨ੍ਹਾਂ ਨੂੰ ਸਮਝ ਆ ਗਈ ਸੇਵਾ ਕਰਕੇ ਕੀ ਮਿਲਦਾ ਹੈ, ਜਿਨ੍ਹਾਂ ਨੂੰ ਸਮਝ ਆ ਗਈ ਸਿਮਰਨ ਕਰਕੇ ਕੀ ਮਿਲਦਾ ਹੈ, ਜਿਨ੍ਹਾਂ ਨੂੰ ਸਮਝ ਆ ਗਈ ਬਾਣੀ ਪੜ੍ਹ ਨਿਤਨੇਮ ਕਰਕੇ ਕੀ ਮਿਲਦਾ ਹੈ, ਉਹ ਲੁੱਟਦੇ ਨੇ। ਕਬੀਰ ਸਾਹਿਬ ਨੇ ਕਹਿ ਦਿੱਤਾ, ਲੂਟਣਾ ਹੈ ਤੋ ਲੂਟ ਲੈ। ਤੇਰੇ ਕੋਲ ਜੀਵਨ ਦੇ ਵਿੱਚ ਸਮਾਂ ਬੜਾ ਥੋੜ੍ਹਾ ਹੈ। ਇਹ ਤੇਰਾ ਭਰਮ ਹੈ, ਭੁਲੇਖਾ ਏ ਕਿ ਮੈਂ ਵੱਡਾ ਹੋ ਰਿਹਾ। ਨਹੀਂ, ਦਿਨ ਦਿਨ ਅਵਧ ਘਟਤ ਹੈ। ਰੋਜ਼ ਜੀਵਨ ਦੇ ਵਿੱਚੋਂ ਇੱਕ ਦਿਨ ਘਟ ਜਾਂਦਾ ਹੈ, ਰੋਜ਼। ਤੇ ਆਪਾਂ ਨੂੰ ਲੱਗਦਾ ਵੀ ਆਪਾਂ ਵੱਡੇ ਹੋ ਰਹੇ ਹਾਂ। ਨਹੀਂ, ਅਸੀਂ ਦਿਨੋਂ ਦਿਨ ਉਸ ਮੌਤ ਦੇ ਖੂਹ ਵੱਲ ਜਾ ਰਹੇ ਹਾਂ, ਜੋ ਇੱਕ ਦਿਨ ਸਭ ਨੂੰ ਆਉਂਦੀ ਹੈ, ਰਾਜੇ ਮਹਾਰਾਜਿਆਂ ਨੂੰ ਵੀ ਆਈ। ਇਹ ਮੌਤ ਗੁਰੂਆਂ ਪੀਰਾਂ, ਦੁਨੀਆ ਤੇ ਆਏ ਰਹਿਬਰਾਂ ਨੂੰ ਵੀ ਆਈ। ਪਰ ਗੱਲ ਇਹ ਹੈ ਵੀ ਕੋਈ ਨੇਕੀਆਂ ਚੰਗਿਆਈਆਂ ਕਰਕੇ ਅਮਰ ਹੋ ਗਿਆ, ਤੇ ਸੰਗਤ ਜੀ ਉਹਨੂੰ ਅੱਜ ਵੀ ਸਿਜਦਾ ਕਰਿਆ ਜਾਂਦਾ ਹੈ, ਅੱਜ ਵੀ ਉਹਦੇ ਅੱਗੇ ਸਿਰ ਝੁਕਾਇਆ ਜਾਂਦਾ ਹੈ। ਤੇ ਕੋਈ ਆਪਣੇ ਕਰਮਾਂ ਕਰਕੇ ਜੂਨਾਂ ਵਿੱਚ ਪੈ ਗਿਆ। ਜੇ ਕੋਈ ਮੁਕਤ ਹੋਇਆ ਤੇ ਉਹ ਜਗਤ ਸੰਸਾਰ ਵਿੱਚ ਜਾਣ ਤੋਂ ਬਾਅਦ ਵੀ ਹੈ, ਤੇ ਜੇ ਕੋਈ ਮੁਕਤ ਨਹੀਂ ਹੋਇਆ ਤਾਂ ਉਹਦਾ ਆਵਾਗਮਨ 84 ਦਾ ਗੇੜ ਚੱਲਦਾ ਰਹਿਣਾ। ਉਸ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਸਾਜੀ ਤੇ ਨਾਲ 84 ਲੱਖ ਜੂਨ ਬਣਾਈ, 84 ਲੱਖ ਜੂਨ ਦੇ ਵਿੱਚੋਂ ਸਰਵ ਸ੍ਰੇਸ਼ਟ ਜੀਵਨ ਹੈ ਜਿਹੜਾ, ਇਹ ਮਨੁੱਖੀ ਜੀਵਨ ਹੈ ਜੀ। ਇਸ ਨੂੰ ਤਨ ਮਨ ਧਨ ਤਿੰਨੋਂ ਚੀਜ਼ਾਂ ਦੇ ਦਿੱਤੀਆਂ। ਬਸ ਫਰਕ ਇਹ ਹੈ, ਕਿਸੇ ਦਾ ਤਨ ਗੋਰਾ, ਕਿਸੇ ਦਾ ਤਨ ਕਾਲਾ ਹੈ। ਤੇ ਦੂਸਰਾ ਜੋ ਕਿਸੇ ਨੂੰ ਦਿਖਦਾ ਨਹੀਂ, ਉਹ ਮਨ ਹੈ। ਕਿਤਨਾ ਕੁ ਗੋਰਾ ਹੈ, ਕਿਤਨਾ ਕੁ ਕਾਲਾ ਹੈ, ਇਹ ਉਹਦੇ ਕਰਮਾਂ ਤੋਂ ਪਤਾ ਲੱਗਦਾ ਵੀ ਕਰਮ ਕਿਹੋ ਜਿਹੇ ਕਰਦਾ ਹੈ। ਜੈਸੇ ਕਰਮ ਜੈਸੇ ਕਰਮ ਕਰੇਗਾ, ਤੇ ਉਹਦੀ ਪਰਿਭਾਸ਼ਾ ਜਿਹੋ ਜਿਹੀ ਸੋਚ ਹੋਏਗੀ, ਉਹੋ ਜਿਹੀ ਉਹਦੀ ਬੋਲ ਬਾਣੀ ਹੋਏਗੀ। ਜੇ ਕੋਈ ਸਰਬੱਤ ਦਾ ਭਲਾ ਮੰਗਦਾ ਹੈ ਤਾਂ ਸਮਝੋ ਉਹਦੇ ਅੰਦਰ ਵੀ ਸਰਬੱਤ ਦੇ ਭਲੇ ਦੀ ਭਾਵਨਾ ਹੈ। ਜੇ ਕੋਈ ਕਿਸੇ ਦੂਸਰੇ ਦਾ ਬੁਰਾ ਤੱਕਦਾ, ਬੁਰਾ ਕਰਦਾ, ਤੇ ਕਿਸੇ ਦੂਸਰੇ ਕੋਲ ਉਹਦੀ ਬੁਰਾਈ ਕਰਦਾ, ਤਾਂ ਸਮਝੋ ਇਹਦੇ ਮਨ ਨੂੰ ਕਾਲਖ ਹੈ। ਤੇ ਮਨ ਦੀ ਕਾਲਖ ਕੱਲ੍ਹ ਵੀ ਆਪਾਂ ਵਿਚਾਰ ਕਰੀ ਸੀ, ਕਿਵੇਂ ਲੈ ਸਕਦੀ ਹੈ। ਇਸ ਕਾਲਖ ਨੂੰ ਤੇ ਗੁਰੂ ਪਰਮਾਤਮਾ ਹੀ ਲਾ ਸਕਦਾ ਹੈ। ਇਸ ਕਾਲਖ ਨੂੰ ਉਹ ਦਾਤਾ ਹੀ ਲਾ ਸਕਦਾ। ਉਹਦੇ ਅੱਗੇ ਅਰਜ਼ੋਈ ਕਰੀਏ, ਉਹ ਖੁਸ਼ ਹੋ ਜਾਏ, ਉਹ ਸਾਡਾ ਇਹ ਸੰਸਾਰੀ ਤਾਪ ਹੈ ਜਿਹੜਾ ਉਹ ਉਤਰ ਜਾਏ। ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ, ਉਹ ਖੁਸ਼ ਹੋ ਜਾਏ।
ਜਦੋਂ ਉਹ ਖੁਸ਼ ਹੋ ਜਾਏ ਤੇ ਫਿਰ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਆਪ ਸਵਾਰ ਲੈਂਦਾ ਹੈ। ਆਪਣੇ ਸੇਵਕਾਂ ਦੇ ਕਾਰਜ ਆਪ ਸਵਾਰਦਾ। ਭਗਤ ਕਬੀਰ ਜੀ ਹੋਏ, ਆਪ ਜੀ ਭਗਤ ਕਬੀਰ ਜੀ ਦੇ ਬਾਬਤ ਕੋਈ ਐਸਾ ਨਹੀਂ ਜੋ ਉਹਨਾਂ ਦੇ ਬਾਰੇ ਨਹੀਂ ਜਾਣਦਾ। ਭਗਤ ਕਬੀਰ ਜੀ ਦਾ ਜਸ ਜਗਤ ਵਿੱਚ ਬਹੁਤ ਫੈਲ ਗਿਆ। ਸਾਧੂ ਸੰਤ ਮਹਾਤਮਾ ਕਬੀਰ ਜੀ ਦੇ ਕੋਲ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ। ਸਤ ਸੰਗਤ ਹੁੰਦਾ ਰਹਿੰਦਾ। ਕਬੀਰ ਦੇ ਘਰੋਂ ਮਹਿਲ ਮਾਤਾ ਲੋਈ, ਉਹਨਾਂ ਦੀ ਧਰਮ ਪਤਨੀ, ਉਹ ਵੀ ਬੜੇ ਠੰਡੇ ਸੁਭਾਅ ਵਾਲੀ ਹੈ। ਉਹ ਵੀ ਜੋ ਕਬੀਰ ਜੀ ਕਹਿੰਦੇ ਆ ਸਤ ਕਰ ਜਾਣਦੀ ਹੈ। ਉਹਨੇ ਕਦੇ ਜਵਾਬ ਨਾ ਦਿੱਤਾ ਵੀ ਇਹ ਕਾਰਜ ਮੈਥੋਂ ਨਹੀਂ ਹੋਣਾ। ਤਾਂ ਸੰਗਤ ਜੀ, ਇੱਕ ਦਿਨ ਬ੍ਰਾਹਮਣ ਈਰਖਾ ਕਰਦੇ ਕਬੀਰ ਜੀ ਨਾਲ। ਬ੍ਰਾਹਮਣਾਂ ਦੇ ਮਨ ਵਿੱਚ ਖਿਆਲ ਆਇਆ, ਇਹ ਕਿੰਨਿਆਂ ਕੁ ਨੂੰ ਲੰਗਰ ਛਕਾ ਸਕਦਾ? ਕੋਈ ਸਾਧੂ ਸੰਤ ਮਹਾਤਮਾ ਆਉਂਦਾ, ਉਹੀ ਪੁੱਛਦਾ ਕਬੀਰ ਦਾ ਘਰ, ਤੇ ਹਰ ਕੋਈ ਕਬੀਰ ਦੇ ਘਰ ਵੱਲ ਚਲਾ ਜਾਂਦਾ। ਬੜੀ ਕਬੀਰ ਦੀ ਮਹਿਮਾ। ਇਹ ਹੋ ਸਕਦਾ ਇੱਕ ਦਿਨ ਕਬੀਰ ਦੇ ਪੱਖ ਵਿੱਚ ਆਪਣੀ ਮਨੌਤ ਕਰਨ ਵਾਲੇ ਵੀ ਹੋ ਜਾਣ। ਉਸ ਤੋਂ ਪਹਿਲਾਂ ਆਪਾਂ ਕਬੀਰ ਦੀ ਬੇਇੱਜ਼ਤੀ ਕਰਵਾਈਏ। ਹੁੰਦਾ ਹੀ ਹੈ ਵਿਰੋਧੀ ਨੂੰ ਵੀ ਕਿਵੇਂ ਨਾ ਕਿਵੇਂ ਆਪਾਂ ਇਹਨੂੰ ਨੀਵਾਂ ਦਿਖਾਈਏ, ਨੀਚਾ। ਉਹਨਾਂ ਨੇ ਜੀ ਆਪਣੇ ਕੋਲੋਂ ਚਿੱਠੀਆਂ ਲਿਖ ਕੇ ਪਿੰਡਾਂ ਵਿੱਚ ਭੇਜ ਦਿੱਤੀਆਂ, ਬਹੁਤ ਦੂਰ ਤੱਕ, ਵੀ ਕਬੀਰ ਸਾਹਿਬ ਦੇ ਘਰ ਫਲਾਂ ਤਰੀਕ ਨੂੰ ਭੋਜਨ ਲੰਗਰ ਲਾਇਆ ਜਾਣਾ ਤੇ ਹਰ ਇੱਕ ਸੰਤ ਮਹਾਂਪੁਰਸ਼ ਨੇ ਪਹੁੰਚਣਾ। ਆਮ ਤੇ ਖਾਸ ਸਾਰੇ ਆਉਣ। ਤੇ ਦੂਰ ਦਰਾਡੇ ਜਦੋਂ ਸੁਨੇਹੇ ਲੱਗੇ ਤੇ ਉਹ ਦਿਨ ਵੀ ਆਉਣਾ ਸੀ, ਉਹ ਦਿਨ ਆ ਗਿਆ। ਕਬੀਰ ਸਾਹਿਬ ਆਪਣੀ ਮੌਜ ਵਿੱਚ, ਤੇ ਜਦੋਂ ਘਰ ਦੇ ਕਹਿ ਲਓ ਵੀ ਅੱਗੇ ਸੰਗਤਾਂ ਦਾ ਇਕੱਠ ਦੇਖਿਆ, ਮਜ਼ੂਮ ਇਕੱਠਾ ਹੁੰਦਾ ਵੇਖਿਆ, ਸਾਧੂ ਸੰਤ ਮਹਾਤਮਾ ਆ ਰਹੇ ਨੇ। ਮਾਈ ਲੋਈ ਵੇਖਦੀ ਹੈ ਵੀ ਪਹਿਲੇ ਤੇ ਕਦੇ 5, 7, 10 ਇਸ ਤਰ੍ਹਾਂ ਆਉਂਦੇ ਸੀ, ਅੱਜ ਤੇ ਬਹੁਤ ਜ਼ਿਆਦਾ ਇਕੱਠ ਹੋ ਰਿਹਾ। ਤੇ ਨਾਲ ਪੁੱਛ ਰਹੇ ਨੇ ਲੰਗਰ ਕਿੰਨੇ ਵਜੇ ਚੱਲਣਾ ਹੈ। ਤੇ ਲੰਗਰ ਦਾ ਪ੍ਰਬੰਧ ਘਰ ਵਿੱਚ ਤੇ ਆਪਣੇ ਜੋਗਾ ਹੀ ਅੱਜ ਆਟਾ ਕਿਵੇਂ ਹੋਵੇਗਾ। ਤਾਂ ਸੰਗਤ ਜੀ, ਕਬੀਰ ਸਾਹਿਬ ਜਦੋਂ ਆਪਣੇ ਘਰ ਪਰਤੇ, ਵੇਖਿਆ, ਕਿਸੇ ਨੂੰ ਪੁੱਛ ਲਿਆ ਕਾਹਦੇ ਵਾਸਤੇ ਇਕੱਠ ਹੋ ਰਿਹਾ ਹੈ। ਤੇ ਕਈ ਹੁਣ ਬਹੁਤੇ ਦੂਰੋਂ ਆਏ ਨੇ, ਨਹੀਂ ਜਾਣਦੇ ਵੀ ਇਹ ਕਬੀਰ ਹੈ। ਕਹਿਣ ਲੱਗੇ ਜੀ ਕਬੀਰ ਹੈ ਇੱਥੇ ਕੋਈ ਭਗਤੀ ਕਰਨ ਵਾਲਾ, ਉਹਨੇ ਭੋਜਨ ਕੀਤਾ, ਲੰਗਰ ਕੀਤਾ, ਵੀ ਬਹੁਤ ਪਕਵਾਨ ਬਣਨੇ ਨੇ ਤੇ ਹਰ ਇੱਕ ਨੂੰ ਸੱਦਾ ਦਿੱਤਾ ਗਿਆ। ਕਬੀਰ ਸਾਹਿਬ ਉਸੇ ਵੇਲੇ ਆਪਣੇ ਪੁੱਤ ਨੂੰ, ਮੈਂ ਨਾਮ ਵਿਸਾਰ ਬੈਠਾ ਉਹਨਾਂ ਦੇ ਪੁੱਤਰ ਦਾ, ਸ਼ਾਇਦ ਕਮਾਲੂ ਹੈ, ਉਹਨੂੰ ਨਾਲ ਲੈ ਕੇ ਵਾਪਸ ਮੁੜ ਗਏ। ਪੁੱਤਰਾ, ਇਹ ਕਾਰਜ ਆਪਣੇ ਕਰਨ ਵਾਲਾ ਨਹੀਂ, ਇਹ ਤੇ ਉਹ ਕਰੇਗਾ ਜਿਹਨੇ ਇਹ ਰਚਨ ਰਚਾਇਆ। ਆਖੋ ਸਤਨਾਮ ਸ੍ਰੀ, ਇਹ ਤੇ ਉਹ ਕਰੇਗਾ। ਆਪ ਜਾ ਕੇ ਬਾਹਰ ਜੰਗਲ ਦੇ ਵਿੱਚ ਬੈਠ ਗਏ, ਇਕਾਗਰ ਚਿੱਤ ਹੋ ਕੇ ਪਰਮਾਤਮਾ ਦੇ ਨਾਲ ਜੁੜ ਗਏ। ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ। ਤੇ ਇਸ ਪਾਸੇ ਕਬੀਰ ਸਾਹਿਬ ਦੇ ਘਰ ਕਿਸੇ ਰਾਜੇ ਮਹਾਰਾਜੇ ਦੇ ਰੂਪ ਵਿੱਚ ਬਹੁਤ ਸਾਰੇ ਗੱਡੇ ਰਸਤਾਂ ਦੇ ਲੱਦੇ ਹੋਏ, ਜਿਨ੍ਹਾਂ ਨੂੰ ਕਹਿੰਦੇ ਆ ਨਾ ਸ਼ਹੀਦ ਸਿੰਘ ਕਹਿੰਦੇ ਆ, ਜਿਨ੍ਹਾਂ ਨੂੰ ਚੰਗੀਆਂ ਆਤਮਾਵਾਂ ਕਹਿੰਦੇ ਆ, ਜਿਨ੍ਹਾਂ ਨੂੰ ਅਮਰ ਹੋ ਜਾਂਦੇ ਨੇ, ਜਿਹੜੇ ਪਰਮਾਤਮਾ ਨੇ ਉਹਨਾਂ ਦੀ ਡਿਊਟੀ ਲਾਈ। ਬੇਸ਼ੁਮਾਰ ਲੰਗਰ ਦੀ ਰਸਤ ਵਸਤ ਬਣਿਆ ਬਣਾਇਆ, ਬੈਠੋ, ਜਿਹੜੇ ਭਾਂਡੇ ਵਿੱਚ ਜਿਹਨੇ ਛਕਿਆ ਉਹ ਨਾਲ ਹੀ ਲੈ ਕੇ ਜਾਓ। ਸੰਗਤ ਜੀ, ਬੜਾ ਲੰਗਰ ਦਾ ਉੱਥੇ ਵਰਤਾਰਾ ਵਰਤਿਆ। ਤੇ ਇਸ ਤਰ੍ਹਾਂ ਦਾ ਕਦੇ ਕਿਸੇ ਨੇ ਭੋਜਨ ਨਹੀਂ ਸੀ ਛਕਿਆ ਜਿਸ ਤਰ੍ਹਾਂ ਦਾ ਉਸ ਦਿਨ ਕਬੀਰ ਦੇ ਘਰੋਂ ਛਕਿਆ। ਤੇ ਹਰ ਕੋਈ ਕਬੀਰ ਦੀ ਮਹਿਮਾ ਗਾਉਂਦਾ ਜਾ ਰਿਹਾ। ਵਾਹ
ਛੋਟੀ ਜੀ ਕੁੱਲੀ ਦੇ ਵਿੱਚ ਰਹਿਣ ਵਾਲੇ ਨੇ, ਛੋਟੇ ਜਿਹੇ ਘਰ ਦੇ ਵਿੱਚ ਰਹਿਣ ਵਾਲੇ ਨੇ ਕਮਾਲ ਕਰਤੀ। ਹੁਣ ਕਬੀਰ ਦੀ ਮਹਿਮਾ ਵਧਾਈ ਕਿਹਨੇ? ਪਰਮਾਤਮਾ ਨੇ। ਤੇ ਘਟਾਉਣਾ ਕੌਣ ਚਾਹੁੰਦੇ ਸੀ? ਵਿਰੋਧੀ, ਜਿਨ੍ਹਾਂ ਨੂੰ ਕਬੀਰ ਦੀ ਬਾਣੀ ਚੰਗੀ ਨਹੀਂ ਸੀ ਲੱਗਦੀ, ਜਿਨ੍ਹਾਂ ਨੂੰ ਕਬੀਰ ਦੇ ਕਰਮ ਚੰਗੇ ਨਹੀਂ ਸੀ ਲੱਗਦੇ, ਉਹ ਚਾਹੁੰਦੇ ਸੀ ਕਬੀਰ ਦੀ ਬੇਇੱਜ਼ਤੀ ਹੋਵੇ। ਪਰ ਉਹ ਪਰਮਾਤਮਾ ਐਸਾ ਦਿਆਲੂ ਹੈ, ਜੇ ਕੋਈ ਸਿਮਰਨ ਕਰਦਾ ਜੀ ਤੇ ਉਹ ਟੁੱਟ ਜਾਂਦਾ ਹੈ ਤੇ ਉਹਦੇ ਸਾਰੇ ਕਾਜ ਉਹ ਆਪ ਸਵਾਰਦਾ ਹੈ। ਤੇ ਕਬੀਰ ਦੀ ਅੱਜ ਉਹਨੇ ਲਾਜ ਰੱਖ ਲਈ। ਸ਼ਾਮਾਂ ਨੂੰ ਕਬੀਰ ਪਰਤ ਕੇ ਘਰ ਆਇਆ, ਲੋਈ ਨੂੰ ਪੁੱਛਦੇ ਐ ਕੀ ਬਣਿਆ, ਕਿੱਧਰ ਗਏ ਸਾਰੇ? ਕਹਿਣ ਲੱਗੀ ਸਾਰੇ ਲੰਗਰ ਛਕ ਕੇ ਚਲੇ ਗਏ। ਲੰਗਰ ਛਕ ਕੇ? ਲੰਗਰ ਕਿੱਥੋਂ ਆਇਆ? ਕਹਿਣ ਲੱਗੀ ਤੁਸੀਂ ਜਾਣਦੇ ਹੋਏ ਵੀ ਅਣਜਾਣ ਨਾ ਬਣੋ, ਤੁਸੀਂ ਜਾਣਦੇ ਹੋ ਕਿੱਥੋਂ ਆਇਆ ਹੈ। ਕੋਈ ਐਸੇ ਚਿਹਰੇ ਸੀ ਉਹ ਜਿਨ੍ਹਾਂ ਦੇ ਚਿਹਰਿਆਂ ਤੋਂ ਨੂਰੀ ਝਲਕ ਪੈਂਦੀ ਸੀ। ਉਹਨਾਂ ਨੇ ਆ ਕੇ ਗੱਡਿਆਂ ਤੋਂ ਰਸਤਾਂ ਬਸਤਾਂ ਲਾਹੀਆਂ ਤੇ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ ਕਿੱਥੋਂ ਉਹ ਗੱਡੇ ਆਉਂਦੇ ਰਹੇ ਤੇ ਕਿੱਥੇ ਉਹ ਜਾਂਦੇ ਰਹੇ। ਪਰ ਕਬੀਰ ਮੇਰੇ ਸਿਰ ਦਿਆਂ ਸਾਈਆਂ, ਉਸ ਪਰਮਾਤਮਾ ਨੇ ਆਪਣੀ ਲਾਜ ਰੱਖ ਲਈ, ਆਪਣੇ ਨਾਮ ਦੀ ਲਾਜ ਰੱਖ ਲਈ। ਤਾਂ ਸੰਗਤ ਜੀ, ਇਸ ਗੱਲ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ। ਉਹ ਪਰਮਾਤਮਾ ਆਪਣੇ ਭਗਤਾਂ ਦੀ ਕਦੇ ਹਾਨੀ ਨਹੀਂ ਹੋਣ ਦਿੰਦਾ। ਅਸੀਂ ਉਸ ਦਾ ਨਾਮ ਜਪ ਕੇ ਤੇ ਵੇਖੀਏ, ਉਹਦੀ ਯਾਦ ਵਿੱਚ ਜੁੜ ਕੇ ਤਾਂ ਵੇਖੀਏ, ਪਰ ਸਾਡੇ ਵਾਸਤੇ ਤੇ ਆਖਣ ਔਖਾ ਸਾਚਾ ਨਾਉ। ਆਖਣਾ ਔਖਾ ਹੈ। ਕਬੀਰ ਆਖਦੇ ਨੇ ਬੜੀ ਸੁਖਾਈ ਦੇ ਨਾਲ ਸੁੱਖ ਮਿਲਦਾ ਜਦੋਂ ਆਖਦੇ ਨੇ ਰਾਮ ਰਾਮ, ਜਦੋਂ ਆਖਦੇ ਨੇ ਗੋਪਾਲ ਗੋਪਾਲ, ਜਦੋਂ ਆਖਦੇ ਹੈ ਗੋਬਿੰਦ ਗੋਬਿੰਦ, ਬੜਾ ਸੁੱਖ ਮਿਲਦਾ, ਸਕੂਨ ਮਿਲਦਾ ਹੈ। ਤੇ ਪ੍ਰੈਕਟੀਕਲ ਕਰਕੇ ਵੇਖ ਲਿਓ ਤੁਸੀਂ। ਅੱਜ 5 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਆਰਾਧਨ ਕਰੋ। ਜਦੋਂ ਮਨ ਨੂੰ ਚੰਗਾ ਲੱਗਣ ਲੱਗਿਆ, ਫਿਰ ਇਹ ਲੱਗੇਗਾ ਵੀ 5 ਮਿੰਟ ਹੋਰ ਲਾ ਲਈਏ। ਇਹ ਜਦੋਂ ਨਸ਼ਾ ਇਸ ਤਰ੍ਹਾਂ ਦਾ ਨਾਮ ਦਾ, ਜਿਹਨੂੰ ਨਸ਼ਾ ਹੋਣ ਲੱਗ ਗਿਆ ਨਾ, ਜਿਵੇਂ ਰਾਜਨੀਤਿਕ ਨਸ਼ਾ ਬਹੁਤ ਗੰਦਾ ਹੈ, ਜਿਹਨੂੰ ਚਸ ਪੈ ਜਾਏ ਉਹ ਫਿਰ ਹਰ ਹਾਲ ਦੇ ਵਿੱਚ ਹਰ ਪਾਸੇ ਹਿੱਸਾ ਲਏਗਾ। ਤੇ ਜਿਹਨੂੰ ਨਾਮ ਦਾ ਨਸ਼ਾ, ਜਿਹਦੇ ਬਾਬਤ ਕਿਆ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਫਿਰ ਉਹ ਦਿਨ ਰਾਤ ਨਾਮ ਦਾ ਹੀ ਆਨੰਦ ਮਾਣਦੇ ਆ। ਉਹਨਾਂ ਵਾਸਤੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਤੇ ਸੰਗਤ ਜੀ, ਭਗਤ ਰਵਿਦਾਸ ਦੀਆਂ ਕੁੱਲੀਆਂ ਵਿੱਚ ਪਰਮਾਤਮਾ ਪਾਰਸ ਲੈ ਕੇ ਪਹੁੰਚਿਆ ਹੈ। ਇੱਥੇ ਕਬੀਰ ਦੀ ਲਾਜ ਰੱਖੀ ਹੈ ਤੇ ਭੁੱਖਾ ਸਭ ਗਵਾਈਆਂ, ਤੇ ਅੱਜ ਭੁੱਖਾਂ ਨਹੀਂ ਰਹੀਆਂ। ਭਗਤ ਰਵਿਦਾਸ ਦੇ ਕੋਲ ਪਹਿਲਾਂ ਜੋੜਾ ਗੰਢਾ ਲਿਆ। ਪਰਮਾਤਮਾ ਮਨੁੱਖੀ ਰੂਪ ਵਿੱਚ ਭਗਤ ਦੇ ਸਾਹਮਣੇ ਆਇਆ। ਨੂਰੀ ਚਿਹਰਾ, ਇਲਾਹੀ ਚਿਹਰਾ ਭਗਤ ਜੀ ਨੇ ਇੱਕ ਵਾਰ ਤੱਕਿਆ, ਫਿਰ ਆਪਣੇ ਕੰਮ ਲੱਗ ਗਏ। ਉਹ ਤਾਂ ਨਹੀਂ ਵੇਖਿਆ ਵੀ ਕੌਣ ਹੈ, ਕਿੱਥੋਂ ਆਇਆ, ਨਹੀਂ ਪੁੱਛਿਆ ਕੁਛ ਵੀ। ਕਿਉਂ? ਅੰਦਰ ਰਾਮ ਨਾਮ ਦਾ ਜਾਪ ਹੈ ਜਿਹੜਾ ਉਹ ਚੱਲ ਰਿਹਾ। ਜਿਹਦੇ ਅੰਦਰ ਰਾਮ ਨਾਮ ਦਾ ਜਾਪ ਚੱਲ ਰਿਹਾ, ਮਾਲਾ ਸਵਾਸਾਂ ਦੀ ਬਣ ਗਈ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਮਨ ਕਾ ਮਣਕਾ ਫੇਰੀਐ, ਇਹ ਮਾਲਾ ਫੇਰੇ ਕਿਆ ਹੋਏ। ਮਨ ਵਾਲਾ ਮਣਕਾ ਵੀ ਘੁਮਾ ਕੇ ਦੇ। ਮਾਲਾ ਹੱਥ ਵਿੱਚ, ਗਲ ਵਿੱਚ ਬਹੁਤ ਮਾਲਾ ਲਈ ਫਿਰਦਾ। ਇੱਕ ਮਾਲਾ ਉਹ ਜੋ ਮਨ ਰੂਪੀ ਮਾਲਾ, ਉਹਨੂੰ ਵੀ ਘੁਮਾ ਲੈ। ਰਵਿਦਾਸ ਜੋੜੇ ਗੰਢਦਾ, ਆਪਣੇ ਧਿਆਨ ਵਿੱਚ ਲੱਗਿਆ ਹੋਇਆ। ਪਰਮਾਤਮਾ ਮਨੁੱਖੀ ਰੂਪ ਵਿੱਚ ਜੋੜਾ ਗੰਢਦੇ ਪਿਆਰਿਆ, ਲਿਆਓ ਜੀ। ਦੋਨੇ ਹੱਥਾਂ ਨਾਲ ਜੋੜਾ ਫੜਿਆ, ਮੱਥੇ ਨਾਲ ਲਾਇਆ, ਜੋੜਾ ਗੰਢਣਾ ਸ਼ੁਰੂ ਕਰ ਦਿੱਤਾ। ਗੰਢਣ ਲੱਗੇ ਆ, ਜੋੜਾ ਗੰਢਿਆ ਗਿਆ। ਕੀ ਦਈਏ? ਜੋ ਸ਼ਰਧਾ, ਜੋ ਮਨ ਕਰੇ ਦੇ ਦਿਓ।
ਕੁਛ ਪਰਮਾਤਮਾ ਨੇ ਉਹਨੂੰ ਮਿਹਨਤਾਨਾ ਦਿੱਤਾ। ਫਿਰ ਕਹਿਣ ਲੱਗੇ ਮੇਰੇ ਕੋਲ ਇੱਕ ਹੋਰ ਬਹੁਤ ਅਨਮੁੱਲੀ ਚੀਜ਼ ਹੈ, ਜੇਕਰ ਇਹ ਝੋਪੜੀ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ, ਇਸ ਕੁੱਲੀ ਤੋਂ ਛੁੱਟਣਾ ਚਾਹੁੰਦਾ ਹੈ। ਭਗਤ ਜੀ ਕਹਿੰਦੇ ਉਹ ਕੀ ਹੈ? ਕਹਿਣ ਲੱਗੇ ਪਾਰਸ, ਇਹਦੇ ਵਿੱਚ ਗੁਣ ਬਹੁਤ ਹੁੰਦੇ ਨੇ। ਤੁਹਾਨੂੰ ਜਦੋਂ ਲੋੜ ਪਏ ਤੁਸੀਂ ਇਸ ਪਾਰਸ ਨੂੰ ਕਿਸੇ ਵੀ ਧਾਤ ਨਾਲ ਛੁਆਓਗੇ ਨਾ, ਉਹ ਸੋਨਾ ਬਣ ਜਾਏਗੀ। ਤੇ ਸੋਨੇ ਦੀ ਕੀਮਤ ਬਾਜ਼ਾਰ ਵਿੱਚ ਹੈ। ਪਿੱਤਲ ਤਾਂਬਾ ਕੋਈ ਸੰਭਾਲੇ ਨਾ ਸੰਭਾਲੇ, ਸੋਨਾ ਜ਼ਰੂਰ ਸੰਭਾਲਦੇ ਆ। ਹਰ ਸ਼ੈ ਸੋਨਾ ਬਣ ਜਾਣਾ ਤੇ ਸੋਨਾ ਵੇਚ ਕੇ ਆਪਣੀ ਇਹ ਗਰੀਬੀ ਦੂਰ ਕਰ, ਲੋੜ ਨਹੀਂ ਜੋੜੇ ਗੰਢਣ ਦੀ। ਤੇ ਜਦੋਂ ਤੇਰੀ ਗਰੀਬੀ ਦੂਰ ਹੋ ਜਾਏ ਉਦੋਂ ਯਾਦ ਕਰ ਲਈ, ਅਸੀਂ ਆਪਣੀ ਇਹ ਪਾਰਸ ਲੈ ਜਾਵਾਂਗੇ। ਭਗਤ ਜੀ ਕਹਿਣ ਲੱਗੇ ਇਸ ਤਰ੍ਹਾਂ ਕਰੋ, ਜੇ ਤੁਹਾਨੂੰ ਪਾਰਸ ਦਾ ਬੋਝ ਲੱਗਦਾ, ਨਹੀਂ ਅਗਾਂਹ ਲਿਜਾ ਸਕਦੇ, ਚੁੱਕਿਆ ਨਹੀਂ ਜਾਂਦਾ, ਹੈ ਤੇ ਥੋੜ੍ਹੀ ਜਿਹੀ ਵੱਟੀ, ਤੇ ਮੇਰੀ ਇਸ ਕੁੱਲੀ ਦੇ ਕਿਸੇ ਵੀ ਕਾਨੇ ਵਾਲੇ ਨਾਲ ਬੰਨ੍ਹ ਜਾਓ, ਕਿਸੇ ਵੀ ਲੱਕੜ ਦੇ ਨਾਲ ਬੰਨ੍ਹ ਜਾਓ, ਤੇ ਜਦੋਂ ਤੁਹਾਡਾ ਜੀ ਕਰਿਆ ਉਦੋਂ ਆ ਕੇ ਲੈ ਜਿਓ, ਤੁਹਾਡੀ ਇਮਾਨਤ ਪਈ ਰਹੇਗੀ। ਤੇ ਸੰਗਤ ਜੀ ਕਹਿੰਦੇ ਕਈ ਵਰ੍ਹੇ ਬੀਤ ਗਏ ਤੇ ਭਗਤ ਜੀ ਉਸ ਪਾਰਸ ਦੀ ਵੱਟੀ ਵੱਲ ਕਦੇ ਝਾਕੇ ਵੀ ਨਹੀਂ, ਸੋਚਿਆ ਵੀ ਨਹੀਂ ਵੀ ਅੱਜ ਘਰ ਦੇ ਵਿੱਚ ਆਟਾ ਨਹੀਂ, ਅੱਜ ਘਰ ਦੇ ਵਿੱਚ ਨੂਣ ਤੇਲ ਕੁਝ ਨਹੀਂ। ਜੋ ਮਿਲਿਆ ਉਹ ਖਾ ਕੇ ਗੁਜ਼ਾਰਾ ਕਰ ਲਿਆ। ਕਿਉਂ? ਸਮਝ ਆ ਗਈ ਇਹ ਜੀਵਨ ਪਰਮਾਤਮਾ ਦੇ ਲੇਖੇ ਲਾਉਣਾ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਜੀਵਨ ਲੇਖੇ ਲਾਉਣਾ ਤਾਂ ਫਿਰ ਭੁੱਖਾਂ ਸਭ ਗਵਾਈਆਂ। ਨਾਮ ਜਿਹਦੇ ਮਨ ਨੂੰ ਭਾ ਗਿਆ, ਜਿਹਨੇ ਤਨ ਮਨ ਧਨ ਕਰਕੇ ਕਹਿ ਦਿੱਤਾ ਪਰਮਾਤਮਾ ਤੂੰ ਹੀ ਹੈ। ਅੰਮ੍ਰਿਤ ਵੇਲਾ ਸੰਭਾਲ ਲਿਆ, ਸੰਧਿਆ ਸ਼ਾਮ ਵੇਲਾ ਸੰਭਾਲ ਲਿਆ, ਤੇ ਤੁਰਦਿਆਂ ਫਿਰਦਿਆਂ ਆਪਣੇ ਕੰਮਕਾਰ ਕਰਦਿਆਂ ਵੀ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਗਏ। ਹਾਥ ਪਾਉ ਤੇ ਕਾਮ ਸਭ ਚੀਤ ਨਿਰੰਜਨ ਨਾਲ, ਕੰਮ ਹੱਥਾਂ ਪੈਰਾਂ ਨਾਲ ਤੇ ਚਿੱਤ ਪਰਮਾਤਮਾ ਦੇ ਨਾਲ। ਫਿਰ ਮਨੁੱਖ ਦਾ ਜੀਵਨ ਸਫਲਾ ਹੈ। ਤੇ ਜੀਵਨ ਸਫਲਾ ਹੋ ਜਾਏ, ਹਰ ਇੱਕ ਮਨੁੱਖ ਦੀ ਇਹੀ ਕੋਸ਼ਿਸ਼ ਹੈ। ਮੁਕਤੀ ਸਾਰੇ ਚਾਹੁੰਦੇ ਹੈ, ਪਰ ਮੁਕਤੀ ਵਾਲਾ ਕਰਮ ਕੋਈ ਕਰਦਾ ਹੈ। ਮੁਕਤੀ ਹਰ ਕੋਈ ਚਾਹੁੰਦਾ ਹੈ, ਇਸੇ ਕਰਕੇ ਪੁੰਨਦਾਨ ਕਰਦੇ ਆ ਨਾ, ਵੀ ਸਾਡਾ ਪਰਮਾਤਮਾ ਦੇ ਦਰ 'ਤੇ ਇਹ ਪੁੰਨਦਾਨ ਸਫਲਾ ਹੋ ਜਾਏ। ਪਰ ਇਹ ਪੁੰਨਦਾਨ ਕਰਨੇ ਬਹੁਤ ਚੰਗੀ ਗੱਲ ਹੈ। ਪੁੰਨਦਾਨ ਦੇ ਨਾਲ ਨਾਲ ਉਸ ਪਰਮਾਤਮਾ ਨੂੰ ਯਾਦ ਕਰਨਾ, ਇਹ ਉਸ ਤੋਂ ਵੀ ਚੰਗੀ ਗੱਲ ਹੈ। ਤੂੰ ਪੁੰਨਦਾਨ ਨਾ ਕਰ ਸਕੇ, ਅੱਤ ਦੀ ਗਰੀਬੀ ਰਹੀ ਹੈ ਭਗਤਾਂ ਦੇ ਕੋਲ, ਨਹੀਂ ਪੁੰਨਦਾਨ ਕਰ ਸਕੇ। ਜਿਤਨੇ ਵੀ ਭਗਤ ਹੋਏ ਨੇ, ਉਹਨਾਂ ਦੇ ਵਿੱਚੋਂ ਕੁਝ ਭਗਤ ਨੇ ਜਿਨ੍ਹਾਂ ਨੇ ਵੈਰਾਗ ਦੇ ਵਿੱਚ ਆ ਕੇ, ਜਦੋਂ ਉਹਨਾਂ ਨੂੰ ਸਮਝ ਆ ਗਈ ਵੀ ਇਹ ਸੰਸਾਰ ਫਾਨੀ ਸੰਸਾਰ ਹੈ ਨਾ ਜਿਹੜਾ, ਇਹ ਭੁੱਲ ਭੁਲਈਆ, ਉਲਝਣਾ ਦਾ ਤਾਣਾ ਬਾਣਾ ਹੈ, ਇਹਦੇ ਵਿੱਚੋਂ ਨਿਕਲਣਾ ਔਖਾ, 84 ਲੱਖ ਜੂਨ ਭੋਗਣੀ ਪੈਂਦੀ ਹੈ। ਇਸ ਕਰਕੇ ਉਹਨਾਂ ਨੇ ਆਪਣੇ ਮਹਿਲਾਂ ਨੂੰ ਛੱਡ ਦਿੱਤਾ। ਜਿਵੇਂ ਰਾਜੇ ਪੀਪੇ ਦਾ ਜ਼ਿਕਰ ਆਉਂਦਾ ਹੈ ਗੁਰਬਾਣੀ ਵਿੱਚ, ਉਹਨਾਂ ਦਾ ਸ਼ਬਦ ਵੀ ਹੈ, ਰਾਜ ਮਹਿਲ ਹੈ ਛੱਡ ਦਿੱਤਾ, ਭਗਤੀ ਤੀਰਥ ਯਾਤਰਾ ਤੇ ਨਿਕਲ ਪਏ। ਰਾਮ ਨਾਮ ਗੁਣ ਗਾਵੇ। ਹੁਣ ਰਾਮ ਨਾਮ ਦੇ ਗੁਣ ਗਾਉਣ ਦੇ ਨਾਲ ਹੀ ਜੀਵਨ ਦਾ, ਰੂਹ ਦਾ, ਆਤਮਾ ਦਾ ਭਲਾ ਹੁੰਦਾ ਹੈ। ਸੰਸਾਰਿਕ ਸੁੱਖ ਚਾਹੀਦੇ ਨੇ। ਗੁਰੂ ਦੇ ਪਿਆਰੇ ਤੇ ਐਸੇ ਵੀ ਹੋਏ ਨੇ ਜਿਨ੍ਹਾਂ ਦੇ ਕੋਲ ਬੇਸ਼ੁਮਾਰ ਧਨ, ਪਰ ਕਦੇ ਉਸ ਧਨ ਦੀ ਦੁਰਵਰਤੋਂ ਨਹੀਂ ਕੀਤੀ, ਉਸ ਧਨ ਦੇ ਨਾਲ ਚੰਗੇ ਕਰਮ ਕੀਤੇ। ਤਾਂ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ, ਤੁੱਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰਾ। ਜਦੋਂ ਉਸ ਪਰਮਾਤਮਾ ਦੀ ਖੁਸ਼ੀ ਬਣ ਜਾਏ, ਫਿਰ ਇਹ ਤਾਪ ਲੈ ਜਾਂਦਾ, ਮੇਰੀ ਮੇਰੀ ਵਾਲਾ ਤਾਪ, ਸੰਸਾਰਿਕ ਤਾਪ ਜਿਹੜਾ ਵਿਕਾਰਾਂ ਦਾ ਤਾਪ ਲੱਗਿਆ ਚੜ੍ਹਿਆ, ਇਹ ਸਾਰੇ ਤਾਪ, ਦੁੱਖ, ਰੋਗ, ਸੰਤਾਪ ਉਤਰੇ ਕਦੋਂ? ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ, ਉਸ ਅਕਾਲ ਦੀ ਬਾਣੀ ਨੂੰ ਸੁਣ ਲਿਆ,
ਕੱਲੇ ਸੁਣਨ ਨਾਲ ਨਹੀਂ, ਸੁਣਿਆ ਮੰਨਿਆ ਮਨ ਕੀਤਾ, ਭਾਉ ਪ੍ਰੇਮ ਪੈਦਾ ਹੋ ਜਾਏ ਵੀ ਵਾਹ ਪਾਤਸ਼ਾਹ ਤੂੰ ਕੈਸੇ ਅਨਮੋਲ ਬਚਨ ਸਾਡੇ ਵਾਸਤੇ ਇਸ ਸੰਸਾਰ ਵਿੱਚ ਛੱਡ ਦਿੱਤੇ। ਤੇ ਧੰਨ ਹੋਣਗੇ ਉਹ ਹਿਰਦੇ ਜਿਨ੍ਹਾਂ ਨੇ ਇਹ ਬਾਣੀ ਨੂੰ ਸੁਣ ਕੇ ਆਪਣਾ ਜੀਵਨ ਬਦਲ ਲਿਆ ਹੋਵੇਗਾ। ਕਦੇ ਕੋਈ ਪਾਪ ਕਰਦਾ ਸੀ, ਨਾ ਮੈਂ ਸੱਜਣ ਠੱਗ, ਤੇ ਸੱਜਣ ਸੰਤ ਕਦੋਂ ਬਣ ਗਿਆ ਪਤਾ ਹੀ ਨਹੀਂ ਲੱਗਾ। ਇੱਕੋ ਹੀ ਸਤਿਗੁਰੂ ਨੇ ਬਾਣ ਮਾਰਿਆ, ਉਹ ਬਾਣ ਦੇ ਨਾਲ ਸੀਨਾ ਛਲਣੀ ਕਰਕੇ ਰੱਖ ਦਿੱਤਾ। ਬਾਣ ਕਾਹਦਾ ਸੀ? ਸ਼ਬਦ ਦਾ। ਸ਼ਬਦ ਦਾ ਬਾਣ ਚਲਾਇਆ ਤੇ ਸੀਨਾ ਛਲਣੀ ਹੋ ਜਾਇਆ। ਸੱਜਣ ਨੂੰ ਸੰਤ ਬਣਾ ਦਿੱਤਾ। ਅਸੀਂ ਵੀ ਅਰਦਾਸ ਕਰੀਏ ਪਾਤਸ਼ਾਹ ਸਾਡੇ ਵੀ ਜੀਵਨ ਦਾ ਸੁਧਾਰ ਹੋ ਜਾਏ, ਸਾਨੂੰ ਵੀ ਸੱਚੇ ਨਾਮ ਦੀ ਖੁਰਾਕ ਹੈ ਜਿਹੜੀ ਉਹ ਚੰਗੀ ਲੱਗ ਜਾਏ। ਸਰੀਰ ਨੂੰ ਭੁੱਖ ਲੱਗਦੀ ਹੈ ਤੇ ਭੋਜਨ ਖਾ ਲਈਦਾ, ਆਤਮਾ ਨੂੰ ਭੁੱਖ ਲੱਗੇ ਤੇ ਭਜਨ ਕਰ ਲਈਏ। ਤੇ ਜਿਸ ਦਿਨ ਆਤਮਾ ਨੂੰ ਭੁੱਖ ਲੱਗ ਗਈ ਉਸ ਦਿਨ ਪਰਮਾਤਮਾ ਦੇ ਨਾਲ ਮਿਲਾਪ ਹੋਣਾ, ਉਸ ਦਿਨ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਹੀ ਸੁਧਾਰ ਆਉਣ ਲੱਗ ਪੈਂਦਾ ਹੈ। ਰਹੋ ਵਿਚਾਰ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਆਪਣੇ ਭਗਤਾਂ ਦੀ ਟੇਕ, ਆਪਣੇ ਸੰਤਾਂ ਦੀ ਓਟ ਆਸਰਾ। ਤੂੰ ਸੱਚਾ ਏ, ਸਾਰਾ ਜਗਤ ਤੈਨੂੰ ਸੱਚਾ ਕਰਕੇ ਜਾਣਦਾ ਏ, ਸੱਚਾ ਪਾਤਸ਼ਾਹ ਸਿਰਜਣਹਾਰਾ। ਤੂੰ ਹੀ ਇਹ ਜਗਤ ਨੂੰ ਸਾਰੇ ਨੂੰ ਸਿਰਜਿਆ, ਆਪ ਹੀ ਤੂੰ ਇਸ ਜਗਤ ਨੂੰ ਸਿਰਜ ਕੇ ਇਸ ਜਗਤ ਦੇ ਵਿੱਚ ਆ ਗਿਆ। ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਪਰਮਾਤਮਾ ਨੂੰ ਭਾਲਣ ਨਾ ਜਾਇਓ, ਲੱਭਣ ਨਾ ਜਾਇਓ ਵੀ ਕਿਤੇ ਰੱਬ ਨੂੰ ਮਿਲਣ ਚੱਲੇ ਆ, ਨਹੀਂ, ਉਹ ਰੱਬ ਨੂੰ ਮਹਿਸੂਸ ਕਰਨਾ ਪਏਗਾ। ਜਿਵੇਂ ਪਾਤਸ਼ਾਹ ਨੌਵੇਂ ਗੁਰੂ ਤੇਗ ਬਹਾਦਰ ਕਹਿੰਦੇ ਨੇ, ਘਾਟ ਘਾਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ। ਉਹ ਪਰਮਾਤਮਾ ਹਰ ਘਟ, ਘਟ ਤੋਂ ਭਾਵ ਸਰੀਰ, ਉਹ ਕਣ ਕਣ ਦੇ ਵਿੱਚ ਵਸਦਾ ਹੈ। ਕੁਦਰਤ, ਇਹ ਸਭ ਕੁਦਰਤ ਦੇ ਵਿੱਚ ਉਹਦਾ ਵਾਸਾ ਏ। ਪਰ ਕੋਈ ਸਮਝ ਲੈਂਦਾ, ਕੋਈ ਵੇਖ ਲੈਂਦਾ ਤੇ ਕੋਈ ਹਉਮੈ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਰਹਾਉ ਦਾ ਵਿਸਰਾਮ ਦੇ ਗੁਰੂ ਸਾਹਿਬ ਅੱਗੇ ਕਹਿੰਦੇ ਨੇ, ਸੱਚ ਤੇਰੀ ਸਾਮਗਰੀ, ਸੱਚ ਤੇਰਾ ਪਾਸਾਰਾ, ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ। ਸਮਗਰੀ ਤੋਂ ਭਾਵ ਹੁੰਦਾ ਸਮਾਨ ਪਦਾਰਥ। ਪਾਤਸ਼ਾਹ ਹੇ ਪ੍ਰਭੂ ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ। ਤੇਰੇ ਦਰਬਾਰ ਨੂੰ ਲੱਗਦਿਆਂ ਪਤਾ ਨਹੀਂ ਕਿਤਨਾ ਸਮਾਂ ਹੋ ਗਿਆ, ਤੇਰੇ ਦਰਬਾਰ ਦੇ ਵਿੱਚ ਹੀ ਫੈਸਲੇ ਹੁੰਦੇ ਨੇ। ਪਾਤਸ਼ਾਹ ਇਹ ਸੱਚਾ ਦਰਬਾਰ ਹੈ ਤੇਰਾ, ਤੇਰੇ ਦਰ ਨੂੰ ਕਈ ਝੂਠਿਆਂ ਨੇ ਆਪਣੀ ਮਲਕੀਅਤ ਬਣਾ ਲਿਆ। ਪਰ ਪਾਤਸ਼ਾਹ ਉਹ ਮਾਣ ਕਰਦੇ ਨੇ ਝੂਠਾ ਇਹ ਸਾਡਾ, ਪਰ ਉਹਨਾਂ ਦਾ ਨਹੀਂ, ਇਹ ਸਭ ਕੁਝ ਤੇਰਾ ਹੈ। ਸੱਚ ਤੇ ਸੱਚ ਰਹਿਣਾ, ਕਦੇ ਸੱਚ ਨਹੀਂ ਮਿਟਿਆ। ਕੁਝ ਸਮੇਂ ਲਈ ਇਹ ਹੋ ਜਾਂਦਾ ਵੀ ਝੂਠ ਪ੍ਰਬਲ ਹੋ ਜਾਂਦਾ ਹੈ। ਜਿਵੇਂ ਦੋ ਪੌਦੇ ਲਾ ਦਈਏ, ਇੱਕ ਪੌਦੇ ਨੂੰ ਖੁਰਾਕ ਥੋੜ੍ਹੀ ਵੱਧ ਮਿਲਦੀ ਰਹੇ ਉਹ ਜ਼ਿਆਦਾ ਵੱਧ ਜਾਂਦਾ ਹੈ, ਇੱਕ ਨੂੰ ਖੁਰਾਕ ਘੱਟ ਮਿਲੀ ਉਹ ਥੋੜ੍ਹਾ ਛੋਟਾ ਰਹਿ ਜਾਂਦਾ ਹੈ। ਤੇ ਇਸੇ ਤਰ੍ਹਾਂ ਸੱਚ ਤੇ ਝੂਠ ਦੇ ਦੋ ਪੌਦੇ, ਚੰਗੇ ਤੇ ਮਾੜੇ ਦੋ ਪੌਦੇ, ਇੱਕ ਚੰਗੇ ਫਲਾਂ ਦਾ ਇੱਕ ਬੁਰੇ ਦਾ। ਤੇ ਹੁਣ ਬੁਰੇ ਵਾਲੇ ਪਾਸੇ ਵਧਾ ਜਾਦੇ, ਕੁਝ ਸਮੇਂ ਵਾਸਤੇ ਉਹ ਪ੍ਰਬਲ ਹੋ ਗਿਆ। ਜਿਵੇਂ ਹਨੇਰਾ ਲਾਈਟ ਚਲੀ ਜਾਏ, ਕੁਝ ਸਮੇਂ ਵਾਸਤੇ ਕੁਝ ਨਹੀਂ ਦਿਖਣ ਦਿੰਦਾ। ਇਸੇ ਤਰ੍ਹਾਂ ਬੰਦੇ ਦੇ ਹਉਮੈ ਹੰਕਾਰ ਝੂਠ ਵੱਧ ਜਾਂਦਾ ਹੈ ਤੇ ਉਦੋਂ ਕੁਝ ਸਮੇਂ ਲਈ ਸੱਚ ਦਿਖਣੋਂ ਹਟ ਜਾਂਦਾ ਹੈ। ਤੇ ਜਦੋਂ ਸੱਚ ਸਾਹਮਣੇ ਆਉਂਦਾ ਉਦੋਂ ਸਮਾਂ ਬਹੁਤ ਅੱਗੇ ਲੰਘ ਗਿਆ ਹੁੰਦਾ ਹੈ। ਇਹ ਗੱਲ ਆਪਾਂ ਹੁਣ ਕਿਸਾਨੀ ਸੰਘਰਸ਼ ਵਿੱਚ ਵੀ ਵੇਖੀ ਹੈ। ਦੀਪ ਵਰਗੇ ਯੋਧਿਆਂ ਨੇ ਬੜਾ ਕੌਮ ਦੇ ਵਿੱਚ ਜਜ਼ਬਾ ਭਰਿਆ, ਸਿੱਖੀ ਬਾਰੇ, ਇਤਿਹਾਸ ਬਾਰੇ ਬੜਾ ਕੁਝ ਉਹਨਾਂ ਨੇ ਦੱਸਿਆ, ਸੰਘਰਸ਼ ਕੀਤਾ। ਉਹਨਾਂ ਨੇ ਇੱਥੋਂ ਤੱਕ ਝੰਡਾ ਝੁਲਾ ਦਿੱਤਾ।
ਤੇ ਫਿਰ ਜੋ ਆਪਣੇ ਵਰਗੇ ਸੀ ਨਾ ਸਮਝ, ਉਹਨਾਂ ਨੇ ਉਸੇ ਨੂੰ ਬੁਰਾ ਕਿਹਾ ਜਿਸ ਦਿਨ ਉਹ ਮਾਂ ਦਾ ਲਾਡਲਾ, ਮਾਂ ਦੀ ਕੁੱਖ ਨੂੰ ਸੁੰਨੀ ਕਰ ਗਿਆ, ਬੇਵਜ੍ਹਾ ਮਾਰਿਆ ਗਿਆ। ਤੇ ਉਸ ਦਿਨ ਸਾਰਿਆਂ ਨੂੰ ਸਮਝ ਆਈ ਵੀ ਉਹ ਸੱਚਾ ਸੀ। ਇਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਬਾਅਦ ਵਿੱਚ ਪਛਤਾਉਂਦੇ ਹਾਂ। ਜਦੋਂ ਕੋਈ ਸਾਡੇ ਕੋਲ ਚੰਗਾ ਮਨੁੱਖ ਹੁੰਦਾ, ਉਦੋਂ ਉਸ ਦੀ ਕਦਰ ਨਹੀਂ ਹੁੰਦੀ। ਇਹ ਗੱਲ ਵੀ ਜ਼ਿੰਦਗੀ ਵਿੱਚ ਅਕਸਰ ਧੁਰ ਤੋਂ ਹੀ ਹੁੰਦੀ ਆਈ ਹੈ। ਇਹ ਅੱਜ ਤੋਂ ਨਹੀਂ, ਪਹਿਲਾਂ ਤੋਂ ਹੀ ਹੈ। ਭਗਤਾਂ ਸਮੇਂ ਵੀ ਜਦੋਂ ਭਗਤ ਸੀ, ਉਦੋਂ ਉਹਨਾਂ ਨੂੰ ਬੁਰਾ ਭਲਾ ਕਹਿਣਾ, ਤੇ ਜਦੋਂ ਸੰਸਾਰ ਤੋਂ ਚਲੇ ਗਏ ਉਦੋਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਪਾਤਸ਼ਾਹ ਤੇਰੀ ਇਹ ਸਮੱਗਰੀ, ਸਭ ਕੁਝ ਜੋ ਕੁਝ ਵੇਖਦੇ ਆ ਸੱਚ ਹੈ। ਤੇ ਸੱਚ ਤੇਰਾ ਦਰਬਾਰਾ, ਜੇ ਤੇਰਾ ਦਰਬਾਰ ਸੱਚ ਹੈ ਤੇ ਇਹ ਸਾਡਾ ਆਉਣਾ ਜਾਣਾ ਵੀ ਜਗਤ ਵਿੱਚ ਸੱਚ ਹੈ। ਜਿਉਣਾ ਜਿੰਨਾ ਚਿਰ ਹੈ, ਉਸ ਤੋਂ ਬਾਅਦ ਮਰਨਾ ਹੈ। ਮਰਨਾ ਸੱਚ, ਜਿਉਣਾ ਝੂਠ। ਕਿਉਂਕਿ ਜਿਉਣ ਦੀ ਆਸ ਨਹੀਂ, ਕਿਤਨੇ ਸਾਹ ਨੇ, ਕਿਤਨਾ ਚਿਰ ਜਿਉਣਾ ਹੈ, ਕਿੰਨੇ ਕੁਛ ਪਰਮਾਤਮਾ ਨੇ ਸਾਨੂੰ ਟਾਈਮ ਦਿੱਤਾ ਹੈ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਜੋ ਕੁਛ ਦਿਖਦਾ ਹੈ ਉਹਦਾ ਵਪਾਰ ਹੁੰਦਾ ਹੈ, ਜੋ ਨਹੀਂ ਦਿਖਦਾ ਉਹਨੂੰ ਕਹਿੰਦੇ ਨੇ ਮਨ, ਆਤਮਾ। ਤੇ ਕਈ ਬੰਦਿਆਂ ਦੀ ਆਤਮਾ ਵੀ ਵਿਕ ਜਾਂਦੀ ਹੈ, ਮਨ ਵੀ ਵਿਕ ਜਾਂਦਾ ਹੈ। ਰਹੋ ਵਿਚਾਰ ਸੱਚ ਤੇਰੀ ਖਾਜੀਨੀਆ, ਸੱਚ ਤੇਰਾ ਪਾਸਾਰਾ। ਇਹ ਪਰਮ ਪਿਤਾ ਪਰਮਾਤਮਾ ਜੀ ਖਜ਼ਾਨੀਆਂ, ਭਾਵ ਖਜ਼ਾਨੇ, ਪਸਾਰਾ ਜਗਤ ਦਾ ਖਿਲਾਰਾ। ਤੇਰੇ ਖਜ਼ਾਨਿਆਂ ਵਿੱਚ ਤੇਰੇ ਪਦਾਰਥ ਸਦਾ ਸਥਿਰ ਰਹਿਣ ਵਾਲੇ ਹਨ। ਤੇਰਾ ਰਚਿਆ ਜਗਤ ਖਿਲਾਰਾ ਅਟਲ ਨੇਮਾ ਵਾਲਾ ਹੈ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ। ਹੇ ਪ੍ਰਭੂ, ਤੇਰੀ ਹਸਤੀ ਐਸੀ ਹੈ ਜਿਸ ਤੱਕ ਅਸਾਂ ਜੀਵਾਂ ਦੀ ਪਹੁੰਚ ਨਹੀਂ ਹੋ ਸਕਦੀ। ਤੇਰਾ ਦਰਸ਼ਨ ਅਦੁੱਤੀ ਹੈ, ਤੇਰੇ ਵਰਗਾ ਕੋਈ ਹੋਰ ਨਹੀਂ। ਹਾਂ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਹੇ ਪ੍ਰਭੂ, ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ। ਤੇ ਅੰਤਿਮ ਪੰਕਤੀਆਂ ਵਿੱਚ ਕਹਿੰਦੇ ਨੇ, ਸਭੇ ਇੱਛਾ ਪੂਰੀਆਂ, ਜਾ ਪਾਇਆ ਅਗਮ ਅਪਾਰਾ। ਸਤਿਗੁਰੂ ਜੀ ਕਹਿੰਦੇ ਨੇ, ਹੇ ਬੇਅੰਤ ਪ੍ਰਭੂ, ਜਦੋਂ ਕਿਸੇ ਵਡਭਾਗੀ ਨੂੰ ਤੂੰ ਮਿਲ ਪੈਂਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ। ਉਸ ਨੂੰ ਕੋਈ ਥੁੜ ਨਹੀਂ ਰਹਿੰਦੀ, ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਗੁਰ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕੋ ਬਲਿਹਾਰਾ। ਗੁਰ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕੋ ਬਲਿਹਾਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਅੰਤਿਮ ਪੰਕਤੀ ਵਿੱਚ ਕਹਿੰਦੇ, ਹੇ ਪ੍ਰਭੂ, ਮੈਂ ਤੇਰੇ ਦਰ, ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ। ਗੁਰੂ ਨਾਨਕ ਆਪ ਨਿਰੰਕਾਰ ਕਲਾ ਧਾਰ, ਜਗ ਪਰਵਰਿਓ। ਆਪ ਇਸ ਜਗਤ ਦੇ ਵਿੱਚ ਪਰਮਾਤਮਾ ਆਇਆ ਤੇ ਜਿਨੀ ਨਾਮ ਤੇ ਆਇਆ, ਗਏ ਮਸਕਤ ਘਾਲ। ਇਹ ਲਿਖ ਕੇ ਦੇ ਗਿਆ। ਕੌਣ? ਗੁਰੂ ਨਾਨਕ। ਜਿਨੀ ਨਾਮ ਤੇ ਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਸਾਡੇ ਹਿਰਦਿਆਂ ਦੇ ਵਿੱਚ ਵਸੇ। ਅਸੀਂ ਬਾਣੇ ਬਾਣੀ ਦੇ ਧਾਰਨੀ ਬਣੀਏ। ਨਾਮ ਸਿਮਰਨ ਦੇ ਨਾਲ ਸਾਡੀ ਪ੍ਰੀਤ ਗੂੜੀ ਬਣ ਜਾਏ ਤੇ ਸੰਗਤ ਜੀ ਫੇਰ ਸਾਡਾ ਇਹ ਜਗਤ ਸੰਸਾਰ ਵਿੱਚ ਆਉਣਾ ਸਫਲਾ। ਗੁਰੂ ਸਾਹਿਬ ਆਪਣੇ ਪਿਆਰਿਆਂ ਨੂੰ ਆਪਣੇ ਚਰਨਾਂ ਕਮਲਾਂ ਦੀ ਧੂੜ ਬਖਸ਼ਦੇ ਨੇ ਤੇ ਜਿਨ੍ਹਾਂ ਨੂੰ ਚਰਨ ਧੂੜ ਮਿਲ ਜਾਂਦੀ ਹੈ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਭਾਵ ਉਹ ਬੇਕਾਰੀ ਰਾਹ ਛੱਡ ਕੇ, ਬੇਕਾਰੀ ਕੰਮ ਛੱਡ ਕੇ ਚੰਗੇ ਕਰਮਾਂ ਦੇ ਵਿੱਚ ਲੱਗ ਜਾਂਦੇ ਨੇ। ਸੋ ਆਓ, ਅਰਦਾਸ ਬੇਨਤੀ ਦਾ ਸਮਾਂ ਹੋਇਆ। ਸਾਰੀ ਹੀ ਸੰਗਤ ਵੱਡੇ ਭਾਗਾਂ ਵਾਲੇ ਹੋ। ਤੇ ਇਸੇ ਤਰ੍ਹਾਂ ਹੁਣ 3 ਦਿਨ ਪਾਵਨ ਬਾਣੀ ਦੇ ਪ੍ਰਵਾਹ ਚੱਲਣੇ ਆ। ਅੱਜ ਪਾਵਨ ਬਾਣੀ ਤਕਰੀਬਨ 10:30 ਵਜੇ ਆਰੰਭ ਹੋ ਜਾਣੀ ਹੈ
ਤੇ ਆਪ ਸਭ ਸੰਗਤ, ਮੇਰੀਆਂ ਮਾਤਾਵਾਂ ਭੈਣਾਂ, ਵੀਰ ਬਜ਼ੁਰਗ, ਬੱਚੇ, ਸਾਰਾ ਹੀ ਨਗਰ, ਕਲੋਨੀਆਂ, ਢਾਣੀਆਂ, ਸਾਰੇ ਹੀ ਵੱਧ ਚੜ੍ਹ ਕੇ ਸਹਿਯੋਗੀ ਬਣਿਓ। ਤਨ ਮਨ ਧਨ ਕਰਕੇ ਸੇਵਾ ਕਰਨੀ ਹੈ ਸਭ ਨੇ, ਤੇ ਜੇ ਕੁਝ ਪ੍ਰਾਪਤ ਕਰਨਾ ਹੈ। ਕਬੀਰ ਸਾਹਿਬ ਦੇ ਵਚਨਾਂ ਨੂੰ ਕਮਾਉਣਾ ਹੈ। ਏਕ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਹੀ ਸੰਗਤ ਅਤੇ ਗੁਰੂ ਸਾਹਿਬ ਕਿਰਪਾ ਕਰਨ। ਸਾਰਿਆਂ ਨੂੰ ਸਾਨੂੰ ਏਕਤਾ ਮੋਹ ਪਿਆਰ ਥਵਾਕ ਬਖਸ਼ ਕੇ ਨਦਰੀ ਨਦਰ ਨਿਹਾਲ ਕਰਨ। ਵਾਹਿਗੁਰੂ ਧੰਨ ਵਾਹਿਗੁਰੂ ਜੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਬਤ ਨਾਨਕ ਤਾਰੇ ਸੋਏ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ। ਤੁਮਰਾ ਲਖਾ ਨ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸਗਲ ਦੁਆਰ ਕੋ ਛਾੜ ਕੇ, ਗਇਓ ਤੁਹਾਰੋ ਦੁਆਰ।